Yes, students, we are starting with our second chapter of English, The Portrait of a Lady, written by Khushwant Singh. First of all, we read the summary. My grandmother, like everybody's grandmother, was an old woman. ਮੇਰੀ ਦਾਦੀ ਹਰੇਕ ਵਿਅਕਤੀ ਦੀ ਦਾਦੀ ਦੀ ਤਰ੍ਹਾਂ ਇੱਕ ਬੁੱਢੀ ਔਰਤ ਸੀ. She had been old and wrinkled for the 20 years that I had known her. ਪਿਛਲੇ 20 ਸਾਲਾਂ ਤੋਂ ਉਹ ਬੁੱਢੀ ਅਤੇ ਝੁਰੜੀਆਂ ਨਾਲ ਭਰੀ ਹੀ ਚਲੀ ਆ ਰਹੀ ਸੀ ਜਦੋਂ ਦਾ ਮੈਂ ਉਸਨੂੰ ਜਾਣਦਾ ਸੀ. People said that she had once been young and pretty and even had a husband. ਲੋਕੀ ਕਿਹਾ ਕਰਦੇ ਸਨ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਉਹ ਜਵਾਨ ਅਤੇ ਸੋਹਣੀ ਹੋਇਆ ਕਰਦੀ ਸੀ ਅਤੇ ਉਸਦਾ ਇੱਕ ਪਤੀ ਹੋਇਆ ਕਰਦਾ ਸੀ. ਬਟ ਦੈਟ ਵਾਜ਼ ਹਾਰਡ ਟੂ ਬਿਲੀਵ. ਮਗਰ ਇਹਨਾਂ ਗੱਲਾਂ ਉੱਤੇ ਵਿਸ਼ਵਾਸ ਕਰਨਾ ਬੜਾ ਮੁਸ਼ਕਿਲ ਲੱਗਦਾ ਸੀ. ਮਾਈ ਗ੍ਰੈਂਡਫਾਦਰਸ ਪੋਰਟਰੇਟ ਹੰਗ ਅਬਵ ਦਾ ਮੈਂਟਲ ਪੀਸ ਇਨ ਦਾ ਡਰਾਇੰਗ ਰੂਮ. ਮੇਰੇ ਦਾਦਾ ਜੀ ਦਾ ਚਿੱਤਰ ਬੈਠਕ ਵਿੱਚ ਅੰਗੀਠੀ ਦੇ ਉੱਪਰ ਟੰਗਿਆ ਹੋਇਆ ਸੀ. He wore a big turban and loose fitting clothes. ਉਹਨਾਂ ਨੇ ਇੱਕ ਵੱਡੀ ਪਗੜੀ ਢਿੱਲੇ ਢਾਲੇ ਕੱਪੜੇ ਪਾਏ ਹੋਏ ਸਨ. His long white beard covered the best part of his chest and he looked at least 100 years old. ਉਸ ਦੀ ਲੰਬੀ ਚਿੱਟੀ ਦਾੜ੍ਹੀ ਨੇ ਉਸ ਦੀ ਛਾਤੀ ਦਾ ਜ਼ਿਆਦਾਤਰ ਹਿੱਸਾ ਢਕਿਆ ਹੋਇਆ ਸੀ ਅਤੇ ਉਹ ਘੱਟੋ ਘੱਟ 100 ਸਾਲ ਦੇ ਜਾਪਦੇ ਸਨ. 100 ਸਾਲ ਦੇ ਜਾਪਦੇ ਸਨ. He did not look the sort of person who would have a wife or children. ਉਹ ਇਸ ਤਰ੍ਹਾਂ ਦੇ ਵਿਅਕਤੀ ਨਹੀਂ ਲੱਗਦੇ ਸਨ ਜਿਨ੍ਹਾਂ ਦੇ ਪਤਨੀ ਜਾਂ ਬੱਚੇ ਹੋਣ. He looked as if he could have lots and lots of grandchildren. ਉਹ ਇੰਝ ਲੱਗਦੇ ਸਨ ਜਿਵੇਂ ਕਿ ਉਹਨਾਂ ਦੇ ਬਹੁਤ ਸਾਰੇ ਪੋਤੇ ਪੋਤੀਆਂ ਹੋਣ. As for my grandmother being young and pretty, the thought was almost revolting. ਜਿੱਥੇ ਤੱਕ ਕਿ ਮੇਰੀ ਦਾਦੀ ਕਦੇ ਜਵਾਨ ਅਤੇ ਸੋਹਣੀ ਹੋਣ ਦਾ ਸੰਬੰਧ ਸੀ, ਇਹ ਸੋਚਣਾ ਲਗਭਗ ਅਸਹਿ ਸੀ. She told us of the games she used to play as a child. ਉਹ ਅਕਸਰ ਸਾਨੂੰ ਉਹਨਾਂ ਖੇਡਾਂ ਬਾਰੇ ਦੱਸਦੀ ਸੀ ਜੋ ਉਹ ਬਚਪਨ ਵਿੱਚ ਖੇਡਿਆ ਕਰਦੀ ਸੀ. That seemed quite absurd and undignified on her part, and we treated it like the fables of prophets, she used to tell us. ਅਜਿਹੀ ਗੱਲ ਉਸ ਦੇ ਵੱਲੋਂ ਬਹੁਤ ਮੂਰਖਤਾਪੂਰਨ ਅਤੇ ਅਸ਼ੋਭਜਨਕ ਪ੍ਰਤੀਤ ਹੁੰਦੀ ਸੀ ਅਤੇ ਅਸੀਂ ਇਸ ਨੂੰ ਪੈਗੰਬਰਾਂ ਦੀਆਂ ਉਹਨਾਂ ਕਾਲਪਨਿਕ ਕਹਾਣੀਆਂ ਵਰਗੀ ਹੀ ਇੱਕ ਕਹਾਣੀ ਸਮਝਿਆ ਕਰਦੇ ਸਨ ਜੋ ਉਹ ਸਾਨੂੰ ਸੁਣਾਇਆ ਕਰਦੀ ਸੀ. She had always been short and fat and slightly bent. ਉਹ ਹਮੇਸ਼ਾ ਤੋਂ ਹੀ ਛੋਟੇ ਕੱਦ ਵਾਲੀ, ਮੋਟੀ ਅਤੇ ਥੋੜ੍ਹੀ ਜਿਹੀ ਕੁੱਬੀ ਸੀ. Her face was a criss-cross of wrinkles running from everywhere to everywhere. ਉਸ ਦੇ ਚਿਹਰੇ ਉੱਪਰ ਤਾਣਾ ਬਾਣਾ ਬਣਾਉਂਦੀਆਂ ਅਣਗਿਣਤ ਝੁਰੜੀਆਂ ਸਨ ਜੋ ਹਰ ਥਾਂ ਤੋਂ ਹਰ ਥਾਂ ਤੱਕ ਫੈਲੀਆਂ ਹੋਈਆਂ ਸਨ. No, we were certain she had always been as we had known her. ਨਹੀਂ, ਸਾਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਹ ਹਮੇਸ਼ਾ ਤੋਂ ਹੀ ਇਸ ਤਰ੍ਹਾਂ ਦੀ ਸੀ ਜਿਵੇਂ ਕਿ ਅਸੀਂ ਉਸ ਨੂੰ ਵੇਖਦੇ ਆ ਰਹੇ ਸਾਂ. Old, so terribly old that she could not have grown older and has stayed at the same age for 20 years. ਬੁੱਢੀ, ਇੰਨੀ ਜ਼ਿਆਦਾ ਬੁੱਢੀ ਕਿ ਇਸ ਤੋਂ ਜ਼ਿਆਦਾ ਹੋਰ ਬੁੱਢੀ ਨਹੀਂ ਹੋ ਸਕਦੀ ਸੀ ਅਤੇ 20 ਸਾਲਾਂ ਤੋਂ ਉਹ ਇਸੇ ਉਮਰ 'ਤੇ ਟਿਕੀ ਹੋਈ ਸੀ. She could not have grown pretty, but she was always beautiful. ਉਹ ਕਦੇ ਵੀ ਸੋਹਣੀ ਨਹੀਂ ਹੋ ਸਕਦੀ ਸੀ ਪਰ ਉਹ ਹਮੇਸ਼ਾ ਆਕਰਸ਼ਕ ਦਿਸਦੀ ਹੁੰਦੀ ਸੀ. She hobbled about the house in spotless white with one hand resting on her waist to balance her stoop and other telling the beads of her rosary. ਉਹ ਘਰ ਵਿੱਚ ਇੱਧਰ ਉੱਧਰ ਲੰਗੜਾਉਂਦੀ ਹੋਈ ਫਿਰਦੀ ਰਹਿੰਦੀ. ਉਸਨੇ ਬੇਦਾਗ ਕੱਪੜੇ ਪਾਏ ਹੁੰਦੇ ਅਤੇ ਆਪਣੇ ਇੱਕ ਹੱਥ ਨੂੰ ਆਪਣੇ ਇੱਕ ਲੱਕ 'ਤੇ ਟਿਕਾਇਆ ਹੁੰਦਾ
ਜਿਸ ਦੇ ਨਾਲ ਉਹ ਝੁਕੇ ਹੋਏ ਸਰੀਰ ਦਾ ਸੰਤੁਲਨ ਕਾਇਮ ਰਹਿ ਸਕੇ ਅਤੇ ਦੂਜਾ ਹੱਥ ਉਸ ਦੀ ਮਾਲਾ ਦੇ ਮਣਕੇ ਫੇਰਨ 'ਚ ਰੁੱਝਿਆ ਰਹਿੰਦਾ। Her silver locks were scattered untidily over her pale, puckered face, and her lips constantly moved in an inaudible prayer. ਉਸ ਦੀਆਂ ਚਾਂਦੀ ਵਰਗੀਆਂ ਚਿੱਟੀਆਂ ਲਟਾਂ ਉਸ ਦੇ ਪੀਲੇ ਸੁੰਗੜੇ ਹੋਏ ਸਰੀਰ ਉੱਪਰ ਉਲਝੀਆਂ ਹੋਈਆਂ ਲਮਕਦੀਆਂ ਰਹਿੰਦੀਆਂ ਅਤੇ ਉਸ ਦੇ ਬੁੱਲ੍ਹ ਮੌਨ ਪਾਠ ਕਰਦੇ ਲਗਾਤਾਰ ਹਿਲਦੇ ਰਹਿੰਦੇ ਸਨ। ਯੈਸ ਸ਼ੀ ਵਾਜ਼ ਬਿਊਟੀਫੁਲ। ਹਾਂ, ਉਹ ਅਵਸ਼ਯ ਹੀ ਆਕਰਸ਼ਕ ਸੀ। ਸ਼ੀ ਵਾਜ਼ ਲਾਈਕ ਦ ਵਿੰਟਰ ਲੈਂਡਸਕੇਪ ਇਨ ਦ ਮਾਊਂਟੇਨਸ and the expanse of pure white serenity, breathing peace and contentment. ਉਹ ਪਰਬਤਾਂ ਦੇ ਸ਼ੀਤਕਾਲੀਨ ਕੁਦਰਤੀ ਭੂ-ਦ੍ਰਿਸ਼ ਵਰਗੀ ਪ੍ਰਤੀਤ ਹੁੰਦੀ ਸੀ, ਸ਼ੁੱਧ ਸਫੇਦ ਸਥਿਰਤਾ ਦੀ ਇੱਕ ਮੂਰਤੀ ਜਿਸ ਦੇ ਸਾਹਾਂ ਵਿੱਚ ਸ਼ਾਂਤੀ ਅਤੇ ਸੰਤੋਖ ਭਰਿਆ ਹੁੰਦਾ ਸੀ। ਮਾਈ ਗ੍ਰੈਂਡਮਦਰ ਐਂਡ ਆਈ ਵਰ ਗੁੱਡ ਫਰੈਂਡਸ। ਮੇਰੀ ਦਾਦੀ ਅਤੇ ਮੈਂ ਚੰਗੇ ਮਿੱਤਰ ਸਾਂ। My parents left me with her when they went to live in the city and we were constantly together. ਮੇਰੇ ਮਾਤਾ ਪਿਤਾ ਮੈਨੂੰ ਉਸ ਕੋਲ ਛੱਡ ਗਏ ਜਦੋਂ ਉਹ ਰਹਿਣ ਲਈ ਸ਼ਹਿਰ ਚਲੇ ਗਏ ਸਨ ਅਤੇ ਹੁਣ ਅਸੀਂ ਹਰ ਵੇਲੇ ਇਕੱਠੇ ਹੀ ਰਿਹਾ ਕਰਦੇ ਸਾਂ। She used to wake me up in the morning and get me ready for school. ਉਹ ਮੈਨੂੰ ਸਵੇਰੇ ਜਗਾਉਂਦੀ ਸੀ ਅਤੇ ਮੈਨੂੰ ਸਕੂਲ ਲਈ ਤਿਆਰ ਕਰਿਆ ਕਰਦੀ ਸੀ। She said her morning prayer in a monotonous sing-song while she bathed and dressed me in the hope that I would listen and get to know it by heart. ਜਦੋਂ ਮੈਨੂੰ ਉਹ ਨਹਾ ਰਹੀ ਹੁੰਦੀ ਜਾਂ ਕੱਪੜੇ ਪਵਾ ਰਹੀ ਹੁੰਦੀ ਤਾਂ ਉਹ ਆਪਣਾ ਸਵੇਰ ਦਾ ਪਾਠ ਇੱਕ ਹੀ ਸੁਰ ਵਿੱਚ ਬੋਲਦੀ ਰਹਿੰਦੀ, ਇਸ ਉਮੀਦ ਨਾਲ ਕਿ ਮੈਂ ਉਸਨੂੰ ਸੁਣਦਾ ਰਹਾਂ ਅਤੇ ਇਸ ਤਰ੍ਹਾਂ ਉਹ ਮੈਨੂੰ ਹੌਲੀ ਹੌਲੀ ਜ਼ਬਾਨ 'ਤੇ ਯਾਦ ਹੋ ਜਾਵੇ। I listened because I loved her voice but never bothered to learn it. ਮੈਂ ਇਸ ਨੂੰ ਸੁਣਦਾ ਰਹਿੰਦਾ ਕਿਉਂਕਿ ਮੈਨੂੰ ਉਸਦੀ ਆਵਾਜ਼ ਚੰਗੀ ਲੱਗਦੀ ਸੀ, ਪਰ ਉਸ ਨੂੰ ਯਾਦ ਕਰਨ ਦੀ ਖੇਚਲ ਮੈਂ ਕਦੇ ਨਾ ਕੀਤੀ। Then she would fetch my wooden slate which she had already washed and plastered with yellow chalk and tiny earthen ink pot and a reed pen, tie them all in a bundle and hand it to me. ਫਿਰ ਉਹ ਮੇਰੀ ਲੱਕੜ ਦੀ ਫੱਟੀ ਲੈ ਆਉਂਦੀ ਜਿਸ ਨੂੰ ਉਸਨੇ ਪਹਿਲਾਂ ਹੀ ਧੋ ਦਿੱਤਾ ਹੁੰਦਾ ਅਤੇ ਉਸ ਉੱਪਰ ਪੀਲੀ ਗਾਚੀ ਦਾ ਲੇਪ ਕੀਤਾ ਹੁੰਦਾ, ਮਿੱਟੀ ਦੀ ਇੱਕ ਛੋਟੀ ਜਿਹੀ ਦਵਾਤ ਅਤੇ ਸਰਕੰਡੇ ਦੀ ਇੱਕ ਕਲਮ ਲਿਆਉਂਦੀ ਜਿਨ੍ਹਾਂ ਨੂੰ ਉਹ ਇੱਕ ਪੋਟਲੀ ਵਿੱਚ ਬੰਨ੍ਹਦੀ ਅਤੇ ਮੈਨੂੰ ਫੜਾ ਦਿੰਦੀ। After a breakfast of thick stale chapati with a little butter and sugar spread on it, we went to the school. ਮੋਟੀ ਬਾਸੀ ਰੋਟੀ ਜਿਸ ਦੇ ਉੱਪਰ ਥੋੜ੍ਹੇ ਜਿਹੇ ਮੱਖਣ ਅਤੇ ਚੀਨੀ ਦਾ ਲੇਪ ਕੀਤਾ ਹੁੰਦਾ, ਨਾਸ਼ਤੇ ਦੇ ਤੌਰ 'ਤੇ ਖਾਣ ਤੋਂ ਬਾਅਦ ਅਸੀਂ ਸਕੂਲ ਵੱਲ ਚੱਲ ਪੈਂਦੇ। She carried several stale chapatis with her for the village dogs. ਉਹ ਪਿੰਡ ਦੇ ਕੁੱਤਿਆਂ ਵਾਸਤੇ ਬਹੁਤ ਸਾਰੀਆਂ ਬਾਸੀ ਰੋਟੀਆਂ ਆਪਣੇ ਨਾਲ ਲੈ ਲਿਆ ਕਰਦੀ ਸੀ। My grandmother always went to school with me because the school was attached to the temple. ਮੇਰੀ ਦਾਦੀ ਹਮੇਸ਼ਾ ਮੇਰੇ ਨਾਲ ਸਕੂਲ ਜਾਇਆ ਕਰਦੀ ਸੀ ਕਿਉਂਕਿ ਸਕੂਲ ਜੋ ਹੈ ਮੰਦਿਰ ਦੇ ਅੰਦਰ ਹੀ ਬਣਿਆ ਹੋਇਆ ਸੀ। The priest taught us the alphabet and the morning prayer. ਪੁਜਾਰੀ ਸਾਨੂੰ ਵਰਨਮਾਲਾ ਅਤੇ ਸਵੇਰ ਦੇ ਸਮੇਂ ਦੀ ਪ੍ਰਾਰਥਨਾ ਸਿਖਾਇਆ ਕਰਦਾ। While the children sat in rows on either side of the veranda singing the alphabet or the prayer in a chorus, and my grandmother sat inside reading the scriptures. ਜਿਸ ਦੌਰਾਨ ਬੱਚੇ ਬਰਾਮਦੇ ਵਿੱਚ ਦੋਵੇਂ ਪਾਸੇ ਪੰਕਤੀਆਂ ਵਿੱਚ ਬੈਠੇ ਗਾ ਕੇ ਵਰਨਮਾਲਾ ਜਾਂ ਪਾਠ ਬੋਲ ਰਹੇ ਹੁੰਦੇ ਤਾਂ ਉਸ ਵੇਲੇ ਮੇਰੀ ਦਾਦੀ ਅੰਦਰ ਬੈਠੀ ਧਾਰਮਿਕ ਗ੍ਰੰਥ ਪੜ੍ਹ ਰਹੀ ਹੁੰਦੀ। When we had both finished, ਜਦੋਂ ਅਸੀਂ ਆਪਣਾ ਕੰਮ ਖਤਮ ਕਰ ਲੈਂਦੇ,
ਵੀ ਵੁੱਡ ਵਾਕ ਬੈਕ ਟੂਗੈਦਰ। ਅਸੀਂ ਇਕੱਠੇ ਤੁਰਦੇ ਹੋਏ ਵਾਪਸ ਆ ਜਾਂਦੇ। ਦਿਸ ਟਾਈਮ ਦ ਵਿਲੇਜ ਡੌਗਸ ਵੁੱਡ ਮੀਟ ਅਸ ਐਟ ਦ ਟੈਂਪਲ ਡੋਰ। ਇਸ ਸਮੇਂ ਪਿੰਡ ਦੇ ਕੁੱਤੇ ਸਾਨੂੰ ਮੰਦਿਰ ਦੇ ਦਰਵਾਜ਼ੇ 'ਤੇ ਮਿਲਦੇ। ਦੇ ਫੋਲੋਡ ਅਸ ਟੂ ਆਵਰ ਹੋਮ। ਉਹ ਸਾਡੇ ਪਿੱਛੇ ਪਿੱਛੇ ਸਾਡੇ ਘਰ ਤੱਕ ਆ ਜਾਂਦੇ। ਗਰਾਊਲਿੰਗ ਐਂਡ ਫਾਈਟਿੰਗ ਵਿਦ ਈਚ ਅਦਰ ਫੋਰ ਚਪਾਤੀਜ਼ ਵੀ ਥ੍ਰੂ ਟੂ ਦੈਮ। ਬੁਰਬੁਰ ਕਰਦੇ ਹੋਏ ਉਹਨਾਂ ਰੋਟੀਆਂ ਦੀ ਖਾਤਰ ਇੱਕ ਦੂਜੇ ਨਾਲ ਲੜਦੇ ਹੋਏ ਜਿਹੜੀਆਂ ਅਸੀਂ ਉਹਨਾਂ ਵੱਲ ਸੁੱਟਿਆ ਕਰਦੇ ਸਨ। ਵੈਨ ਮਾਈ ਪੇਰੈਂਟਸ ਵਰ ਕੰਫਰਟੇਬਲੀ ਸੈਟਲਡ ਇਨ ਦ ਸਿਟੀ ਦੇ ਸੈਂਟ ਫੋਰ ਅਸ। ਜਦੋਂ ਮੇਰੇ ਮਾਤਾ ਪਿਤਾ ਸ਼ਹਿਰ ਵਿੱਚ ਚੰਗੀ ਤਰ੍ਹਾਂ ਵਸ ਗਏ ਉਹਨਾਂ ਨੇ ਸਾਨੂੰ ਬੁਲਵਾ ਲਿਆ। ਦੈਟ ਵਾਜ਼ ਏ ਟਰਨਿੰਗ ਪੁਆਇੰਟ ਇਨ ਅਵਰ ਫਰੈਂਡਸ਼ਿਪ। ਇਹ ਸਾਡੀ ਮਿੱਤਰਤਾ ਵਿੱਚ ਇੱਕ ਨਵਾਂ ਮੋੜ ਸੀ। ਆਲਦੋ ਵੀ ਸ਼ੇਅਰਡ ਦ ਸੇਮ ਰੂਮ ਮਾਈ ਗ੍ਰੈਂਡ ਮਦਰ ਨੋ ਲੋਂਗਰ ਕੇਮ ਟੂ ਸਕੂਲ ਵਿਦ ਮੀ। ਭਾਵੇਂ ਅਸੀਂ ਇੱਕ ਹੀ ਕਮਰੇ ਵਿੱਚ ਇਕੱਠੇ ਰਹਿੰਦੇ ਸੀ, ਮੇਰੀ ਦਾਦੀ ਮੇਰੇ ਨਾਲ ਸਕੂਲ ਨਹੀਂ ਜਾਇਆ ਕਰਦੀ ਸੀ। ਆਈ ਯੂਜ਼ ਟੂ ਗੋ ਟੂ ਐਨ ਇੰਗਲਿਸ਼ ਸਕੂਲ ਇਨ ਏ ਮੋਟਰ ਬੱਸ। ਮੈਂ ਇੱਕ ਮੋਟਰ ਬੱਸ ਵਿੱਚ ਬੈਠ ਕੇ ਇੱਕ ਅੰਗਰੇਜ਼ੀ ਸਕੂਲ ਜਾਇਆ ਕਰਦਾ ਸੀ। ਅਤੇ there were no dogs in the street and she took feeding sparrows in courtyard of our city house. ਉਸਨੇ ਸਾਡੇ ਸ਼ਹਿਰ ਵਾਲੇ ਮਕਾਨ ਵਿੱਚ ਚਿੜੀਆਂ ਨੂੰ ਚੋਗਾ ਪਾਉਣ ਦੀ ਆਦਤ ਪਾ ਲਈ ਸੀ, ਕਿਉਂਕਿ ਹੁਣ ਕੀ ਹੈ, ਗਲੀਆਂ ਵਿੱਚ ਕੁੱਤੇ ਨਹੀਂ ਸਨ। ਐਜ਼ ਈਅਰਸ ਰੋਲਡ ਬਾਏ, ਜਿਵੇਂ ਜਿਵੇਂ ਸਾਲ ਬੀਤਦੇ ਗਏ, ਵੀ saw less of each other, ਅਸੀਂ ਇੱਕ ਦੂਜੇ ਨੂੰ ਪਹਿਲਾਂ ਤੋਂ ਘੱਟ ਵੇਖਣ ਮਿਲਣ ਲੱਗੇ। For some time she continued to wake me up and get me ready for school. ਕੁਝ ਸਮੇਂ ਤੱਕ ਉਹ ਮੈਨੂੰ ਸਕੂਲ ਜਾਣ ਲਈ ਜਗਾਉਂਦੀ ਰਹੀ ਅਤੇ ਤਿਆਰ ਕਰਦੀ ਰਹੀ। When I came back she would ask me what the teacher had taught me. ਜਦੋਂ ਮੈਂ ਵਾਪਿਸ ਆਉਂਦਾ ਉਹ ਮੈਨੂੰ ਪੁੱਛਦੀ ਕਿ ਅਧਿਆਪਕ ਨੇ ਮੈਨੂੰ ਕੀ ਪੜ੍ਹਾਇਆ ਸੀ। I would tell her English words and little things of Western science and learning, law of gravity, Archimedes' principle, the world being round, etc. ਮੈਂ ਉਸਨੂੰ ਅੰਗਰੇਜ਼ੀ ਦੇ ਸ਼ਬਦਾਂ, ਪੱਛਮੀ ਗਿਆਨ ਵਿਗਿਆਨ, ਗੁਰਤਾਕਰਸ਼ਣ ਦੇ ਨਿਯਮ, ਆਰਕੀਮੀਡੀਜ਼ ਦੇ ਸਿਧਾਂਤ, ਦੁਨੀਆ ਦੇ ਗੋਲ ਹੋਣ ਆਦਿ ਦੇ ਸੰਬੰਧ ਵਿੱਚ ਛੋਟੀਆਂ-ਛੋਟੀਆਂ ਗੱਲਾਂ ਦੱਸਿਆ ਕਰਦਾ ਸੀ। This made her unhappy. ਇਹ ਸਭ ਸੁਣ ਕੇ ਉਹ ਦੁਖੀ ਹੋ ਜਾਂਦੀ ਸੀ। She could not help me with my lessons. ਉਹ ਮੇਰੇ ਸਬਕਾਂ ਵਿੱਚ ਮੇਰੀ ਮਦਦ ਨਹੀਂ ਕਰਦੀ ਸੀ। She did not believe in the things they taught at English school and was distressed that there was no teaching about God and scriptures. ਉਹ ਉਹਨਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਰੱਖਦੀ ਸੀ ਜਿਹੜੀਆਂ ਅੰਗਰੇਜ਼ੀ ਸਕੂਲ ਵਿੱਚ ਪੜ੍ਹਾਈਆਂ ਜਾਂਦੀਆਂ ਸਨ, ਅਤੇ ਉਸ ਨੂੰ ਇਸ ਗੱਲ ਉੱਪਰ ਬਹੁਤ ਪੀੜ ਮਹਿਸੂਸ ਹੁੰਦੀ ਸੀ ਕਿ ਉੱਥੇ ਰੱਬ ਅਤੇ ਧਾਰਮਿਕ ਗ੍ਰੰਥਾਂ ਬਾਰੇ ਕੋਈ ਪੜ੍ਹਾਈ ਨਹੀਂ ਕਰਵਾਈ ਜਾਂਦੀ ਸੀ। One day I announced that we were being given music lessons. She was very disturbed. ਇੱਕ ਦਿਨ ਮੈਂ ਕਹਿ ਦਿੱਤਾ ਕਿ ਸਾਨੂੰ ਸੰਗੀਤ ਦੇ ਪਾਠ ਸਿਖਾਏ ਜਾ ਰਹੇ ਹਨ। ਉਹ ਬਹੁਤ ਬੇਚੈਨ ਹੋ ਉੱਠੀ। To her music had lewd association. ਉਸ ਦੇ ਵਿਚਾਰਾਂ ਦੇ ਅਨੁਸਾਰ ਸੰਗੀਤ ਘਟੀਆ ਕਿਸਮ ਦੀਆਂ ਵਾਸਨਾਵਾਂ ਪੈਦਾ ਕਰਨ ਵਾਲੀ ਚੀਜ਼ ਸੀ। It was the monopoly of harlots and beggars and not meant for gentle folk. ਇਹ ਸਿਰਫ ਵੈਸ਼ਿਆਵਾਂ ਅਤੇ ਭਿਖਾਰੀਆਂ ਦਾ ਹੀ ਏਕਾਧਿਕਾਰ ਸੀ ਅਤੇ ਸ਼ਰੀਫ ਲੋਕਾਂ ਦਾ ਇਸ ਨਾਲ ਕੋਈ ਲੈਣ ਦੇਣ ਨਹੀਂ ਹੋ ਸਕਦਾ ਸੀ। She said nothing but her silence meant disapproval. ਉਹ ਬੋਲੀ ਤਾਂ ਕੁਝ ਨਹੀਂ, ਪਰ ਉਸ ਦੀ ਖਾਮੋਸ਼ੀ ਉਸ ਦੀ ਨਾਪਸੰਦਗੀ ਦੀ ਸੂਚਕ ਸੀ। She rarely talked to me after that. ਇਸ ਤੋਂ ਬਾਅਦ ਉਹ ਮੇਰੇ ਨਾਲ ਕਦੇ ਕਦਾਈ ਹੀ ਬੋਲਿਆ ਕਰਦੀ ਸੀ। When I went up to the university, I was given a room of my own. ਜਦੋਂ ਮੈਂ ਵਿਸ਼ਵ-ਵਿਦਿਆਲਿਆ ਵਿੱਚ ਦਾਖਲਾ ਲੈ ਲਿਆ ਤਾਂ ਮੈਨੂੰ ਆਪਣਾ ਇੱਕ ਵੱਖਰਾ ਕਮਰਾ ਦੇ ਦਿੱਤਾ ਗਿਆ। The common link of friendship was snapped. ਇਸ ਪ੍ਰਕਾਰ ਸਾਡੀ ਮਿੱਤਰਤਾ ਦੀ ਸਾਂਝੀ ਕੜੀ ਟੁੱਟ ਗਈ। My grandmother accepted her seclusion with resignation.
ਮੇਰੀ ਦਾਦੀ ਨੇ ਆਪਣੇ ਇਕੱਲੇਪਨ ਨੂੰ ਸ਼ਾਂਤੀਪੂਰਵਕ ਸਵੀਕਾਰ ਕਰ ਲਿਆ। ਸ਼ੀ ਰੀਅਰਲੀ ਲੈਫਟ ਹਰ ਸਪਿਨਿੰਗ ਵੀਲ ਟੂ ਟਾਕ ਟੂ ਐਨੀਵਨ। ਉਹ ਕਿਸੇ ਨਾਲ ਗੱਲ ਕਰਨ ਲਈ ਆਪਣੇ ਚਰਖੇ ਤੋਂ ਸ਼ਾਇਦ ਹੀ ਕਦੇ ਉੱਠਿਆ ਕਰਦੀ ਸੀ। ਫਰੋਮ ਸਨਰਾਈਜ਼ ਟੂ ਸਨਸੈਟ ਸ਼ੀ ਸੈਟ ਬਾਏ ਹਰ ਵੀਲ ਸਪਿਨਿੰਗ ਐਂਡ ਰਿਸਾਈਟਿੰਗ ਪ੍ਰੇਅਰਸ। ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਅਸਤ ਹੋਣ ਤੱਕ ਉਹ ਕਤਦੀ ਪ੍ਰਾਰਥਨਾ ਕਰਦੀ ਹੋਈ ਆਪਣੇ ਚਰਖੇ 'ਤੇ ਬੈਠੀ ਰਹਿੰਦੀ। ਓਨਲੀ ਇਨ ਦਾ ਆਫਟਰਨੂਨ ਸ਼ੀ ਰਿਲੈਕਸਡ ਫੋਰ ਏ ਵਾਈਲ ਟੂ ਫੀਡ ਦਾ ਸਪੈਰੋਜ਼। ਕੇਵਲ ਦੁਪਹਿਰ ਵੇਲੇ, ਯਾਨੀ ਕਿ ਜਿਹਨੂੰ ਆਪਾਂ ਤੀਜਾ ਪਹਿਰ ਕਹਿੰਦੇ ਹਾਂ, ਉਹ ਚਿੜੀਆਂ ਨੂੰ ਖੁਆਉਣ ਲਈ ਥੋੜ੍ਹਾ ਆਰਾਮ ਕਰਿਆ ਕਰਦੀ ਸੀ। ਵਾਈਲ ਸ਼ੀ ਸੈਟ ਇਨ ਦਾ ਵਰਾਂਡਾ ਬ੍ਰੇਕਿੰਗ ਦਾ ਬ੍ਰੈਡ ਇਨਟੂ ਲਿਟਲ ਬਿਟਸ, hundreds of little birds collecting round her creating a veritable bedlam of chirping। ਜਦੋਂ ਉਹ ਰੋਟੀ ਨੂੰ ਛੋਟੇ ਛੋਟੇ ਟੁਕੜਿਆਂ 'ਚ ਤੋੜਦੀ ਹੋਈ ਬਰਾਮਦੇ ਵਿੱਚ ਬੈਠੀ ਹੁੰਦੀ ਤਾਂ ਸੈਂਕੜੇ ਛੋਟੇ ਛੋਟੇ ਪੰਛੀ ਉਸ ਦੇ ਇਰਦ ਗਿਰਦ ਇਕੱਠੇ ਹੋ ਜਾਂਦੇ, ਜਿਸ ਨਾਲ ਉੱਥੇ ਚਹਿਚਹਾਣ ਦੀ ਆਵਾਜ਼ਾਂ ਨਾਲ ਭਰਪੂਰ ਇੱਕ ਸੱਚਮੁੱਚ ਦਾ ਪਾਗਲਖਾਨਾ ਬਣ ਜਾਂਦਾ। Some came and perched on her legs, others on her shoulders। ਕੁਝ ਆ ਕੇ ਉਸ ਦੀਆਂ ਟੰਗਾਂ ਉੱਪਰ ਬੈਠ ਜਾਂਦੇ, ਕੁਝ ਉਸ ਦੇ ਮੋਢਿਆਂ ਉੱਪਰ। Some even sat on her head। ਕੁਝ ਉਸ ਦੇ ਸਿਰ ਉੱਪਰ ਵੀ ਬੈਠ ਜਾਂਦੀਆਂ। She smiled but never shooed them away। ਉਹ ਮੁਸਕਰਾਉਂਦੀ ਰਹਿੰਦੀ, ਕਦੇ ਵੀ ਉਹਨਾਂ ਨੂੰ ਡਰਾ ਕੇ ਉਡਾਉਂਦੀ ਨਹੀਂ ਸੀ। It used to be the happiest half hour of the day for her। ਉਸ ਦੇ ਲਈ ਇਹ ਅੱਧੇ ਘੰਟੇ ਦਾ ਸਮਾਂ ਪੂਰੇ ਦਿਨ ਦਾ ਸਭ ਤੋਂ ਖੁਸ਼ੀ ਵਾਲਾ ਸਮਾਂ ਹੋਇਆ ਕਰਦਾ ਸੀ। When I decided to go abroad for further studies, I was sure my grandmother would be upset। ਜਦੋਂ ਮੈਂ ਆਪਣੀ ਅਗਲੇਰੀ ਪੜ੍ਹਾਈ ਲਈ ਵਿਦੇਸ਼ ਜਾਣ ਦਾ ਮਨ ਬਣਾਇਆ ਤਾਂ ਮੈਨੂੰ ਪੱਕਾ ਵਿਸ਼ਵਾਸ ਸੀ ਕਿ ਮੇਰੀ ਦਾਦੀ ਬੇਚੈਨ ਹੋ ਉੱਠੇਗੀ। I would be away for 5 years and at her age one could never tell। ਮੈਂ 5 ਸਾਲ ਤੱਕ ਦੂਰ ਰਹਿਣਾ ਸੀ ਅਤੇ ਉਸ ਦੀ ਉਮਰ ਦੇ ਹਿਸਾਬ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੀ। ਬਟ ਮਾਈ ਗ੍ਰੈਂਡ ਮਦਰ ਕੁਡ। ਪਰ ਮੇਰੀ ਦਾਦੀ ਜਾਣਦੀ ਸੀ। ਸ਼ੀ ਵਾਜ਼ ਨੋਟ ਈਵਨ ਸੈਂਟੀਮੈਂਟਲ। ਉਹ ਬਿਲਕੁਲ ਭਾਵੁਕ ਨਾ ਹੋਈ। ਸ਼ੀ ਕੇਮ ਟੂ ਲੀਵ ਮੀ ਐਟ ਰੇਲਵੇ ਸਟੇਸ਼ਨ ਬਟ ਡਿਡ ਨੋਟ ਟਾਕ ਔਰ ਸ਼ੋ ਐਨੀ ਇਮੋਸ਼ਨ। ਉਹ ਮੈਨੂੰ ਛੱਡਣ ਲਈ ਰੇਲਵੇ ਸਟੇਸ਼ਨ 'ਤੇ ਆਈ, ਪਰ ਨਾ ਤਾਂ ਉਹ ਕੁਝ ਬੋਲੀ ਅਤੇ ਨਾ ਹੀ ਉਸਨੇ ਕੋਈ ਭਾਵੁਕਤਾ ਦਿਖਾਈ। ਹਰ ਲਿਪਸ ਮੂਵਡ ਇਨ ਪ੍ਰੇਅਰਸ, ਹਰ ਮਾਈਂਡ ਵਾਜ਼ ਲੋਸਟ ਇਨ ਪ੍ਰੇਅਰ। ਉਸਦੇ ਬੁੱਲ ਪਾਠ ਕਰਦੇ ਹੋਏ ਹਿਲ ਰਹੇ ਸਨ। ਹਰ ਮਾਈਂਡ ਵਾਜ਼ ਲੋਸਟ ਇਨ ਪ੍ਰੇਅਰ। ਉਸਦਾ ਮਨ ਪਾਠ ਵਿੱਚੋਂ ਖੋਇਆ ਹੋਇਆ ਸੀ। ਹਰ ਫਿੰਗਰਸ ਵਰ ਬੀਜ਼ਿੰਗ ਟੈਲਿੰਗ ਦਾ ਬੀਡਸ ਆਫ ਰੋਜ਼ਰੀ। ਉਸ ਦੀਆਂ ਉਂਗਲਾਂ ਉਸਦੀ ਮਾਲਾ ਦੇ ਮੋਤੀਆਂ ਨੂੰ ਫੇਰਨ ਵਿੱਚ ਰੁੱਝੀਆਂ ਹੋਈਆਂ ਸਨ। ਸਾਈਲੈਂਟਲੀ ਸ਼ੀ ਕਿਸਡ ਮਾਈ ਫੋਰਹੈਡ ਐਂਡ ਵੈਨ ਆਈ ਲੈਫਟ I cherished the moist imprint as perhaps the last sign of physical contact between us। ਉਸ ਨੇ ਖਾਮੋਸ਼ੀ ਨਾਲ ਮੈਨੂੰ ਚੁੰਮਿਆ ਅਤੇ ਜਦੋਂ ਮੈਂ ਚੱਲ ਪਿਆ ਤਾਂ ਮੈਨੂੰ ਉਹ ਸਿੱਲੀ ਛਾਪ ਬਹੁਤ ਪਿਆਰੀ ਮਹਿਸੂਸ ਹੁੰਦੀ ਰਹੀ, ਸ਼ਾਇਦ ਸਾਡੇ ਦੋਹਾਂ ਵਿਚਕਾਰ ਸਰੀਰਕ ਸੰਪਰਕ ਦੇ ਇੱਕ ਅੰਤਿਮ ਚਿੰਨ੍ਹ ਦੇ ਰੂਪ ਵਿੱਚ। ਬਟ ਦੈਟ ਵਾਜ਼ ਨੋਟ ਸੋ। ਪਰ ਅਜਿਹਾ ਨਹੀਂ ਸੀ। ਆਫਟਰ 5 years I came back and was met by her at the station। 5 ਸਾਲ ਬਾਅਦ ਮੈਂ ਘਰ ਵਾਪਸ ਮੁੜ ਆਇਆ। ਉਹ ਮੈਨੂੰ ਸਟੇਸ਼ਨ 'ਤੇ ਮਿਲੀ। she did not look a day older। ਉਹ ਪਹਿਲਾਂ ਦੇ ਮੁਕਾਬਲੇ ਇੱਕ ਦਿਨ ਵੀ ਜ਼ਿਆਦਾ ਬੁੱਢੀ ਪ੍ਰਤੀਤ ਨਹੀਂ ਹੋ ਰਹੀ ਸੀ। she still had no time for words and while she clasped me in her arms I could hear her reciting her prayer। ਹੁਣ ਵੀ ਉਸਦੇ ਕੋਲ ਬੋਲਣ ਦਾ ਕੋਈ ਸਮਾਂ ਨਹੀਂ ਸੀ ਅਤੇ ਜਦੋਂ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਕੱਸ ਲਿਆ ਤਾਂ ਮੈਨੂੰ ਉਸਦੇ ਪਾਠ ਕਰਨ ਦੀ ਆਵਾਜ਼ ਸੁਣਾਈ ਦੇ ਰਹੀ ਸੀ। Even on the first day of my arrival, her happiest moments were with her sparrows whom she fed longer with frivolous rebukes। ਮੇਰੇ ਵਾਪਸ ਆਉਣ ਦੇ ਪਹਿਲੇ ਦਿਨ ਵੀ ਉਸਦੇ ਸਭ ਤੋਂ ਖੁਸ਼ੀਆਂ ਭਰੇ ਪਲ ਆਪਣੀ ਚਿੜੀਆਂ ਦੇ ਵਿਚਕਾਰ ਹੀ ਗੁਜ਼ਾਰੇ, ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਜ਼ਿਆਦਾ ਦੇਰ ਤੱਕ ਖੁਆਉਂਦੀ ਰਹੀ ਅਤੇ ਉਹਨਾਂ ਨੂੰ ਮਜ਼ਾਕ ਭਰੀਆਂ ਗਾਲਾਂ ਕੱਢਦੀ ਰਹੀ। In the evening a change came over her।
शाम वेले उसके अंदर एक परिवर्तन आ गया। शी डिड नॉट प्रे, उसने पाठ ना किया। शी कलैक्टेड द वूमेन ऑफ द नेबरहुड, गोट एन ओल्ड ड्रम एंड स्टार्टेड टू सिंग। उसने गुआंढ दियाँ औरतां नूं इकट्ठा किया, पुरानी ढोलक लई अते गाउन बैठ गई। फॉर सैवरल आवर्स शी थंप्ड द सैगिंग स्किन्स ऑफ द डिलीपेटेड ड्रम एंड सैंग ऑफ द होम कमिंग ऑफ वॉरियर्स। कई घंटिਆਂ तक ਉਹ ਉਸ ਟੁੱਟੀ ਫੁੱਟੀ ਢੋਲਕੀ ਦੀ ਧਸੀ ਹੋਈ ਚਮੜੀ ਨੂੰ ਪਿੱਟਦੀ ਰਹੀ ਅਤੇ ਯੋਧਿਆਂ ਦੇ ਘਰ ਪਰਤਣ ਸੰਬੰਧੀ ਗੀਤ ਗਾਉਂਦੀ ਰਹੀ। ਵੀ ਹੈਡ ਟੂ ਪਰਸੂਏਡ ਹਰ ਟੂ ਸਟਾਪ ਟੂ ਅਵਾਇਡ ਓਵਰ ਸਟ੍ਰੇਨਿੰਗ। ਸਾਨੂੰ ਜਿੱਦ ਕਰਕੇ ਉਸ ਨੂੰ ਮਨਾਉਣਾ ਪਿਆ ਤਾਂ ਕਿ ਉਸ ਨੂੰ ਕਿਧਰੇ ਜ਼ਿਆਦਾ ਥਕਾਵਟ ਨਾ ਹੋ ਜਾਵੇ। That was the first time since I had known her that she did not pray। ਜਦੋਂ ਤੱਕ ਮੈਂ ਉਸ ਨੂੰ ਜਾਣਦਾ ਸੀ ਇਹ ਪਹਿਲਾ ਮੌਕਾ ਸੀ ਜਦੋਂ ਉਸਨੇ ਪਾਠ ਨਹੀਂ ਕੀਤਾ ਸੀ। ਦ ਨੈਕਸਟ ਮਾਰਨਿੰਗ ਸ਼ੀ ਵਾਜ਼ ਟੇਕਨ ਇਲ। ਅਗਲੀ ਸਵੇਰ ਉਹ ਬਿਮਾਰ ਪੈ ਗਈ। ਇਟ ਵਾਜ਼ ਏ ਮਾਈਲਡ ਫੀਵਰ ਐਂਡ ਦ ਡਾਕਟਰ ਟੋਲਡ ਅਸ ਦੈਟ ਇਟ ਵੁੱਡ ਗੋ। ਇਹ ਹਲਕਾ ਜਿਹਾ ਬੁਖਾਰ ਸੀ ਅਤੇ ਡਾਕਟਰ ਨੇ ਸਾਨੂੰ ਦੱਸਿਆ ਕਿ ਇਹ ਉਤਰ ਜਾਏਗਾ। ਬਟ ਮਾਈ ਗ੍ਰੈਂਡ ਮਦਰ ਥੋਟ ਡਿਫਰੈਂਟਲੀ। ਪਰ ਮੇਰੀ ਦਾਦੀ ਕੁਝ ਵੱਖਰਾ ਹੀ ਸੋਚ ਰਹੀ ਸੀ। ਸ਼ੀ ਟੋਲਡ ਅਸ ਦੈਟ ਹਰ ਐਂਡ ਵਾਜ਼ ਨੀਅਰ। ਉਸਨੇ ਸਾਨੂੰ ਦੱਸਿਆ ਕਿ ਉਸਦਾ ਅੰਤ ਕਰੀਬ ਆ ਗਿਆ ਸੀ। ਸ਼ੀ ਸੈਡ ਦੈਟ ਸਿੰਸ ਓਨਲੀ ਏ ਫਿਊ ਆਵਰਸ ਬਿਫੋਰ ਦ ਕਲੋਜ਼ ਆਫ ਫਸਟ ਚੈਪਟਰ ਆਫ ਹਰ ਲਾਈਫ ਸ਼ੀ ਹੈਡ ਓਮਿਟਿਡ ਟੂ ਪ੍ਰੇ ਸ਼ੀ ਵਾਜ਼ ਨੋਟ ਗੋਇੰਗ ਟੂ ਵੇਸਟ ਐਨੀ ਮੋਰ ਟਾਈਮ ਟਾਕਿੰਗ ਟੂ ਅਸ। ਉਸਨੇ ਕਿਹਾ ਕਿ ਕਿਉਂਕਿ ਆਪਣੀ ਜ਼ਿੰਦਗੀ ਦੇ ਪਹਿਲੇ ਪਾਠ ਦੀ ਸਮਾਪਤੀ ਤੋਂ ਕੁਝ ਹੀ ਘੰਟੇ ਪਹਿਲਾਂ ਉਹ ਪਾਠ ਕਰਨਾ ਭੁੱਲ ਗਈ ਸੀ, ਇਸ ਲਈ ਉਹ ਹੁਣ ਹੋਰ ਕੋਈ ਸਮਾਂ ਸਾਡੇ ਨਾਲ ਗੱਲਾਂ ਕਰਨ ਵਿੱਚ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ। ਵੀ ਪ੍ਰੋਟੈਸਟਡ। ਅਸੀਂ ਵਿਰੋਧ ਜ਼ਾਹਰ ਕੀਤਾ। ਬਟ ਸ਼ੀ ਇਗਨੋਰਡ ਆਵਰ ਪ੍ਰੋਟੈਸਟ। ਪਰ ਉਸਨੇ ਸਾਡੀ ਵਿਰੋਧ ਦੀ ਕੋਈ ਪਰਵਾਹ ਨਾ ਕੀਤੀ। ਸ਼ੀ ਲੇ ਪੀਸਫੁਲੀ ਇਨ ਬੈਡ ਪ੍ਰੇਇੰਗ ਐਂਡ ਟੈਲਿੰਗ ਹਰ ਬੀਡਸ। ਉਹ ਬਿਸਤਰੇ ਉੱਪਰ ਸ਼ਾਂਤੀਪੂਰਵਕ ਪਈ ਰਹੀ, ਪਾਠ ਕਰਦੀ ਹੋਈ, ਮਾਲਾ ਫੇਰਦੀ ਹੋਈ। ਈਵਨ ਬਿਫੋਰ ਵੀ ਕੁਡ ਸਸਪੈਕਟ ਹਰ ਲਿਪ ਸਟੋਪਡ ਮੂਵਿੰਗ ਐਂਡ ਦ ਰੋਜ਼ਰੀ ਫੈਲ ਫਰੋਮ ਹਰ ਲਾਈਫਲੈਸ ਫਿੰਗਰਸ। ਸਾਨੂੰ ਕੋਈ ਸ਼ੱਕ ਹੋਣ ਤੋਂ ਪਹਿਲਾਂ ਕਿ ਉਸਦੇ ਬੁੱਲ ਹਿਲਣੇ ਬੰਦ ਹੋ ਗਏ ਅਤੇ ਉਸਦੀ ਨਿਰਜੀਵ ਉਂਗਲਾਂ ਤੋਂ ਮਾਲਾ ਹੇਠਾਂ ਡਿੱਗ ਪਈ। A peaceful pallor spread on her face and we knew that she was dead। ਉਸਦੇ ਚਿਹਰੇ ਉੱਪਰ ਇੱਕ ਸ਼ਾਂਤ ਪੀਲਾਪਨ ਛਾ ਗਿਆ ਅਤੇ ਅਸੀਂ ਸਮਝ ਗਏ ਕਿ ਉਹ ਮਰ ਚੁੱਕੀ ਸੀ। We lifted her off the bed and as is customary laid her on the ground and covered her with a red shroud। ਅਸੀਂ ਉਸਨੂੰ ਬਿਸਤਰੇ ਤੋਂ ਚੁੱਕਿਆ ਜਿਵੇਂ ਕਿ ਰਿਵਾਜ ਹੈ, ਉਸਨੂੰ ਜ਼ਮੀਨ 'ਤੇ ਲਿਟਾ ਦਿੱਤਾ ਅਤੇ ਉਸਨੂੰ ਇੱਕ ਲਾਲ ਕਫਨ ਨਾਲ ਢੱਕ ਦਿੱਤਾ। After a few hours of mourning, we left her alone to make arrangements for her funeral। ਕੁਝ ਘੰਟਿਆਂ ਤੱਕ ਵਿਰਲਾਪ ਕਰਨ ਤੋਂ ਬਾਅਦ ਅਸੀਂ ਅੰਤਮ ਸੰਸਕਾਰ ਦੀਆਂ ਤਿਆਰੀਆਂ ਕਰਨ ਲਈ ਉਸ ਨੂੰ ਇਕੱਲਾ ਛੱਡ ਕੇ ਚਲੇ ਗਏ। In the evening we went to her room with a crude stretcher to take her to be cremated। ਸ਼ਾਮ ਨੂੰ ਅਸੀਂ ਉਸ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਲੈ ਕੇ ਜਾਣ ਵਾਲੀ ਇੱਕ ਅਰਥੀ ਲੈ ਕੇ ਉਸਦੇ ਕਮਰੇ ਵਿੱਚ ਗਏ। The sun was setting and had lit her room and veranda with a blaze of golden light। ਸੂਰਜ ਡੁੱਬ ਰਿਹਾ ਸੀ ਅਤੇ ਉਸਦੇ ਕਮਰੇ ਅਤੇ ਬਰਾਮਦੇ ਨੂੰ ਆਪਣੀ ਸੁਨਹਿਰੀ ਰੋਸ਼ਨੀ ਅਤੇ ਚਮਕ ਦੇ ਨਾਲ ਪ੍ਰਕਾਸ਼ਮਾਨ ਕਰ ਰਿਹਾ ਸੀ। We stopped halfway in the courtyard। ਅਸੀਂ ਬਰਾਮਦੇ ਦੇ ਅੱਧੇ ਰਸਤੇ 'ਚ ਰੁਕ ਗਏ। All over the veranda and in her room right up to the where she lay dead and stiff wrapped in red shroud, thousands of sparrows sat scattered। ਪੂਰੇ ਬਰਾਮਦੇ ਵਿੱਚ ਅਤੇ ਕਮਰੇ ਦੀ ਠੀਕ ਉਸ ਜਗ੍ਹਾ ਤੱਕ ਜਿੱਥੇ ਤੱਕ ਉਹ ਲਾਲ ਕਫਨ ਵਿੱਚ ਲਿਪਟੀ ਹੋਈ ਨਿਰਜੀਵ ਤੇ ਆਕੜੀ ਪਈ ਸੀ, ਹਜ਼ਾਰਾਂ ਚਿੜੀਆਂ ਫਰਸ਼ ਉੱਪਰ ਸਾਰੀਆਂ ਥਾਵਾਂ 'ਤੇ ਬੈਠੀਆਂ ਹੋਈਆਂ ਸਨ। ਦੇਅਰ ਵਾਜ਼ ਨੋ ਚਰਪਿੰਗ। ਉਹਨਾਂ ਦੇ ਚਹਿਚਹਾਨ ਨਹੀਂ ਹੋ ਰਿਹਾ ਸੀ। ਵੀ ਫੈਲਟ ਸੋਰੀ ਫॉर ਦ ਬਰਡਸ ਐਂਡ ਮਾਈ ਮਦਰ ਫੈਟ ਸਮ ਬ੍ਰੈਡ ਟੂ ਦੈਮ। ਸਾਨੂੰ ਇਹਨਾਂ ਪੰਛੀਆਂ 'ਤੇ ਤਰਸ ਆਇਆ ਅਤੇ ਮੇਰੀ ਮਾਂ ਉਹਨਾਂ ਦੇ ਲਈ ਰੋਟੀ ਲੈ ਆਈ। She broke it into little crumbs the way my grandmother used to and threw it to them। ਉਸਨੇ ਉਸਨੂੰ ਤੋੜ ਕੇ ਛੋਟੇ ਛੋਟੇ ਟੁਕੜੇ ਕੀਤੇ ਜਿਵੇਂ ਮੇਰੀ ਦਾਦੀ ਕਰਿਆ ਕਰਦੀ ਸੀ ਅਤੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਸੁੱਟ ਦਿੱਤਾ। The sparrows took no notice of the bird।
ਚਿੜੀਆਂ ਨੇ ਰੋਟੀ ਵੱਲ ਕੋਈ ਧਿਆਨ ਨਾ ਦਿੱਤਾ। ਵੈਨ ਵੀ ਕੈਰੀਡ ਮਾਈ ਗ੍ਰੈਂਡ ਮਦਰ ਕੌਪਸ ਆਫ ਦੇ ਫਲਿਊ ਅਵੇ ਕੁਆਇਟਲੀ। ਜਦੋਂ ਅਸੀਂ ਦਾਦੀ ਦੀ ਲਾਸ਼ ਚੁੱਕ ਕੇ ਲੈ ਗਏ ਤਾਂ ਉਹ ਖਾਮੋਸ਼ੀ ਨਾਲ ਉੱਥੋਂ ਉੱਡ ਕੇ ਚਲੀਆਂ ਗਈਆਂ। ਨੈਕਸਟ ਮਾਰਨਿੰਗ ਦਾ ਸਵੀਪਰ ਸਵੈਪਟ ਦਾ ਬ੍ਰੈਡ ਕ੍ਰਮਜ਼ ਇਨਟੂ ਦਾ ਡਸਟਬਿਨ। ਅਗਲੀ ਸਵੇਰ ਸਫਾਈ ਕਰਨ ਵਾਲੇ ਨੇ ਝਾੜੂ ਲਾ ਕੇ ਉਹਨਾਂ ਰੋਟੀਆਂ ਦੇ ਟੁਕੜਿਆਂ ਨੂੰ ਕੂੜੇਦਾਨ ਵਿੱਚ ਪਾ ਦਿੱਤਾ। ਥੈਂਕ ਯੂ।